नमस्कार खबरां ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਤਰਨਜੀਤ ਕੌਰ। ਪਹਿਲਾਂ ਪੇਸ਼ ਨੇ ਚੁਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਾਲੀ ਵਿੱਚ ਭਾਰਤੀ ਭਾਈਚਾਰੇ ਨੂੰ ਕੀਤਾ ਸੰਬੋਧਨ। ਇੰਡੋਨੇਸ਼ੀਆ ਤੇ ਭਾਰਤ ਦੀ ਮਿੱਤਰਤਾ ਨੂੰ ਦੱਸਿਆ ਅਹਿਮ। ਭਾਰਤ ਵੱਲੋਂ ਆਲਮੀ ਪੱਧਰ ਤੇ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਦਾ ਕੀਤਾ ਜ਼ਿਕਰ। ਬਾਲੀ ਵਿੱਚ G20 ਸਿਖਰ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਸੰਕਟ ਨਾਲ ਨਜਿੱਠਣ ਲਈ ਸੰਘਰਸ਼ ਵਿਰਾਮ ਅਤੇ ਕੂਟਨੀਤੀ ਦੇ ਰਾਹ ਤੇ ਚੱਲਣ ਦਾ ਦਿੱਤਾ ਸੱਦਾ। ਅੱਜ ਦੁਨੀਆ ਦੀ ਆਬਾਦੀ 8 ਅਰਬ ਤੇ ਪੁੱਜੀ। ਸੰਯੁਕਤ ਰਾਸ਼ਟਰ ਦੇ ਜਨਸੰਖਿਆ ਨਿਦੇਸ਼ਕ ਜੌਨ ਵਿਲਮਥ ਅਨੁਸਾਰ ਇਹ ਵਾਧਾ ਮਨੁੱਖੀ ਸਫਲਤਾ ਦਾ ਸੰਕੇਤ ਪਰ ਭਵਿੱਖ ਲਈ ਵੱਡਾ ਖਤਰਾ। ਤੇ MC ਮੈਰੀ ਕਾਮ, PV ਸਿੰਧੂ, ਮੀਰਾਬਾਈ ਚਾਨੂ ਅਤੇ ਗਗਨ ਨਾਰੰਗ ਦੀ ਭਾਰਤੀ ਓਲੰਪਿਕ ਸੰਘ ਦੇ ਐਥਲੀਟ ਕਮਿਸ਼ਨ ਦੇ ਮੈਂਬਰਾਂ ਵਜੋਂ ਚੋਣ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ G20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਇੰਡੋਨੇਸ਼ੀਆ ਦੇ ਦੌਰੇ ਤੇ ਨੇ। ਇਸ ਦੌਰਾਨ ਅੱਜ ਉਨ੍ਹਾਂ ਨੇ ਬਾਲੀ ਵਿੱਚ ਭਾਰਤੀ ਭਾਈਚਾਰੇ ਵੱਲੋਂ ਉਨ੍ਹਾਂ ਦੇ ਸਵਾਗਤ ਵਿੱਚ ਕੀਤੇ ਗਏ ਇੱਕ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬਾਲੀ ਆਉਣ ਤੇ ਹਰੇਕ ਹਿੰਦੁਸਤਾਨੀ ਨੂੰ ਇੱਕ ਵੱਖਰਾ ਅਹਿਸਾਸ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਤੇ ਇੰਡੋਨੇਸ਼ੀਆ ਦਾ ਰਿਸ਼ਤਾ ਸਮੁੰਦਰ ਦੀਆਂ ਲਹਿਰਾਂ ਵਾਂਗ ਉਮੰਗ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇੱਕ ਦੂਜੇ ਨਾਲ ਮੋਢਾ ਮਿਲਾ ਕੇ ਕੰਮ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਇੰਡੋਨੇਸ਼ੀਆ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਭਾਰਤੀ ਭਾਈਚਾਰੇ ਦੀ ਅਹਿਮ ਭੂਮਿਕਾ ਹੈ। आज एक ये समय है जब भारत और इंडोनेशिया 21वीं सदी में विकास के लिए एक दूसरे के साथ कंधे से कंधा मिलाकर काम कर रहे हैं। इंडोनेशिया की जमीन ने भारत से आए हुए लोगों को प्यार से एक्सेप्ट किया, उन्हें अपने समाज में सम्मिलित किया। इसी वजह से आज आप सभी इंडोनेशिया के विकास और समृद्धि में अपना योगदान दे रहे हैं। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਵੱਲੋਂ ਆਲਮੀ ਪੱਧਰ ਤੇ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਦੀਆਂ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਦੇ CEO ਭਾਰਤੀ ਮੂਲ ਦੇ ਨੇ। ਉਨ੍ਹਾਂ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ ਵਿਕਸਿਤ ਹੋਣ ਵਾਲੀ ਅਰਥ ਵਿਵਸਥਾ ਹੈ ਅਤੇ ਡਿਜੀਟਲ ਲੈਣ ਦੇਣ ਵਿੱਚ ਵੀ ਭਾਰਤ ਪਹਿਲੇ ਨੰਬਰ ਤੇ ਹੈ। टेक्नोलॉजी, भारत का इनोवेशन, भारत की इंडस्ट्री, आज इन सारी बातों ने दुनिया में अपनी एक पहचान बनाई है। आज विश्व की अनगिनत कंपनियां ऐसी हैं, कई बड़ी कंपनियां ऐसी हैं जिसके CEO भारतीय मूल के हैं। आज दुनिया में जितने यूनिकॉर्न बनते हैं ना, 10 में से 1 यूनिकॉर्न भारत का होता है। आज भारत दुनिया की फास्टेस्ट ग्रोइंग लार्ज इकोनॉमी है। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੁਨੀਆ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਭਾਰਤ ਆਪਣੀ ਵਿਰਾਸਤ ਤੇ ਮਾਣ ਕਰਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਭਾਰਤ ਨੇ ਦਵਾਈਆਂ ਤੋਂ ਲੈ ਕੇ ਵੈਕਸੀਨ ਤੱਕ ਅਤੇ ਕਈ ਹੋਰ ਉਤਪਾਦਾਂ ਲਈ ਆਤਮ ਨਿਰਭਰਤਾ ਹਾਸਲ ਕੀਤੀ ਅਤੇ ਉਸ ਦਾ ਲਾਭ ਸਮੁੱਚੀ ਦੁਨੀਆ ਨੂੰ ਮਿਲਿਆ। अपने विकास के लिए भारत जब अमृत काल का रोडमैप तैयार करता है तो उसमें दुनिया की आर्थिक राजनीतिक आकांक्षाओं का भी समावेश है। आज जब भारत आत्मनिर्भर भारत का विजन सामने रखता है तो उसमें ग्लोबल गुड की भावना भी समाहित है। रिन्यूएबल एनर्जी के क्षेत्र में भारत ने वन सन वन वर्ल्ड
वन ग्रिड का मंत्र दिया है। ਪ੍ਰਧਾਨ ਨੇ ਕਿਹਾ ਕਿ ਭਾਰਤ ਨੇ ਵਨ ਸਨ ਵਨ ਵਰਲਡ ਵਨ ਗ੍ਰਿਡ ਦਾ ਮੰਤਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਭਾਰਤ ਨੇ ਮਿਸ਼ਨ ਲਾਈਫ ਦਾ ਹੱਲ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪੁਲਾੜ ਦੇ ਖੇਤਰ ਵਿੱਚ ਪ੍ਰਮੁੱਖ ਆਲਮੀ ਮਹਾਸ਼ਕਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ, ਜਿਸ ਦਾ ਲਾਭ ਦੱਖਣ ਏਸ਼ੀਆਈ ਦੇਸ਼ਾਂ ਨੂੰ ਵਿਸ਼ੇਸ਼ ਤੌਰ ਤੇ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਇੰਡੋਨੇਸ਼ੀਆ ਵਿੱਚ ਵਸਦੇ ਭਾਰਤੀ ਭਾਈਚਾਰੇ ਨੂੰ ਪ੍ਰਵਾਸੀ ਭਾਰਤੀ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। G20 ਦੇ ਬਾਲੀ ਸਿਖਰ ਸੰਮੇਲਨ ਦੇ ਉਦਘਾਟਨੀ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਸਮੇਤ ਕਈ ਹੋਰ ਦੇਸ਼ਾਂ ਦੇ ਰਾਸ਼ਟਰਪਤੀਆਂ ਨਾਲ ਮੁਲਾਕਾਤ ਕੀਤੀ। ਇੰਡੋਨੇਸ਼ੀਆ ਦੀ ਪ੍ਰਧਾਨਗੀ ਹੇਠ ਹੋ ਰਿਹਾ ਬਾਲੀ ਸਿਖਰ ਸੰਮੇਲਨ ਦੁਨੀਆ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਕਾਫੀ ਅਹਿਮ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਪਹਿਲੇ ਸੈਸ਼ਨ ਦੌਰਾਨ ਖੁਰਾਕ ਪੂਰਤੀ ਲੜੀ ਦੀ ਨਿਰੰਤਰਤਾ ਬਣਾਏ ਰੱਖਣ, ਖਾਦਾਂ ਤੇ ਊਰਜਾ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਆਸਾਨ ਵਿੱਤ ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਕੋਵਿਡ-19 ਦੀ ਚੁਣੌਤੀ ਤੋਂ ਉਭਰਨ ਤੋਂ ਬਾਅਦ ਯੂਕਰੇਨ ਰੂਸ ਜੰਗ ਕਾਰਨ ਉਭਰੀ ਖੁਰਾਕ ਪੂਰਤੀ ਲੜੀ ਸੰਕਟ ਦੇ ਹੱਲ ਅਤੇ ਊਰਜਾ ਸੁਰੱਖਿਆ ਤੇ ਵਿਸ਼ੇਸ਼ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਯੂਕਰੇਨ ਸੰਕਟ ਦੇ ਹੱਲ ਲਈ ਸੰਘਰਸ਼ ਵਿਰਾਮ ਅਤੇ ਕੂਟਨੀਤਿਕ ਰਾਹ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਸ਼ਵ ਵਿੱਚ ਸ਼ਾਂਤੀ, ਸਦਭਾਵਨਾ ਤੇ ਸੁਰੱਖਿਆ ਯਕੀਨੀ ਕਰਨ ਲਈ ਠੋਸ ਅਤੇ ਸਮੂਹਿਕ ਵਚਨਬੱਧਤਾ ਦੀ ਲੋੜ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਕੋਵਿਡ ਦੌਰਾਨ ਭਾਰਤ ਨੇ ਆਪਣੇ 1.3 ਬਿਲੀਅਨ ਨਾਗਰਿਕਾਂ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਲੋੜਵੰਦ ਦੇਸ਼ਾਂ ਦੀ ਵੀ ਖੁਰਾਕ ਲੋੜ ਨੂੰ ਪੂਰਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾਦਾਂ ਦੀ ਮੌਜੂਦਾ ਕਿੱਲਤ ਦੁਨੀਆ ਦਾ ਇੱਕ ਵੱਡਾ ਸੰਕਟ ਹੈ। ਉਨ੍ਹਾਂ ਕਿਹਾ ਕਿ ਊਰਜਾ ਸੁਰੱਖਿਆ ਆਲਮੀ ਵਿਕਾਸ ਲਈ ਅਹਿਮ ਹੈ, ਇਸ ਲਈ ਭਾਰਤ ਊਰਜਾ ਪੂਰਤੀ ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਵਿਕਾਸਸ਼ੀਲ ਦੇਸ਼ਾਂ ਨੂੰ ਸਮਾਬੱਧ ਅਤੇ ਕਿਫਾਇਤੀ ਪੂੰਜੀਕਾਰੀ ਅਤੇ ਤਕਨਾਲੋਜੀ ਦੀ ਟਿਕਾਊ ਪੂਰਤੀ ਬਹੁਤ ਜ਼ਰੂਰੀ ਹੈ। ਸਾਥ ਬਣੇ ਸਸ਼ਕਤ ਬਣੇ ਦੇ ਮੰਤਰ ਤੇ ਬਾਲੀ ਸਿਖਰ ਸੰਮੇਲਨ ਦੁਨੀਆ ਦੇ ਲਈ ਟਿਕਾਊ ਵਿਕਾਸ ਨੂੰ ਬਣਾਏ ਰੱਖਣ ਲਈ ਚੱਲ ਰਿਹਾ ਹੈ। ਇਸ ਦੌਰਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਮੇਲਨ ਵਿੱਚ ਸਵਾਗਤ ਕੀਤਾ। ਅਗਲੇ ਮਹੀਨੇ ਤੋਂ ਭਾਰਤ ਦੀ ਪ੍ਰਧਾਨਗੀ ਹੇਠ G20 ਦੀਆਂ ਬੈਠਕਾਂ ਹੋਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ G20 ਸਿਖਰ ਸੰਮੇਲਨ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਨੇਤਾਵਾਂ ਵਿਚਕਾਰ ਭਾਰਤ ਅਮਰੀਕਾ ਰਣਨੀਤਿਕ ਸਾਂਝੇਦਾਰੀ ਮਜ਼ਬੂਤ ਕਰਨ ਤੇ ਵਿਆਪਕ ਚਰਚਾ ਕੀਤੀ ਗਈ। ਅਮਰੀਕਾ ਨੇ ਕੁਆਡ, I2U2 ਵਰਗੇ ਸੰਗਠਨਾਂ ਵਿੱਚ ਭਾਰਤੀ ਸਹਿਯੋਗ ਦੀ ਸ਼ਲਾਘਾ ਕੀਤੀ। ਸੂਚਨਾ ਅਤੇ ਪ੍ਰਸਾਰਣ ਸਕੱਤਰ ਅਪੂਰਵ ਚੰਦਰ ਆਬੂ ਧਾਬੀ ਦੇ ਦੌਰੇ ਤੇ ਨੇ, ਜਿੱਥੇ ਭਵਿੱਖ ਦੇ ਮੀਡੀਆ ਨਿਵੇਸ਼ ਤੇ ਮੰਤਰੀ ਪੱਧਰ ਸੈਸ਼ਨ ਵਿੱਚ ਉਹਨਾਂ ਹਿੱਸਾ ਲਿਆ। ਇਸ ਸਮਾਗਮ ਵਿੱਚ 50 ਤੋਂ ਵੱਧ ਦੇਸ਼ਾਂ ਦੇ ਨੁਮਾਇੰਦੇ ਹਿੱਸਾ ਲੈ ਰਹੇ ਨੇ। ਇਸ ਮੌਕੇ ਤੇ ਉਹਨਾਂ ਨੇ ਭਾਰਤ ਵਿੱਚ ਅੱਜ ਦੇ ਮੀਡੀਆ ਖੇਤਰ ਵਿੱਚ ਚੁਣੌਤੀਆਂ ਤੇ ਮੌਕਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਅਤੇ AI ਆਧਾਰਿਤ ਡਿਜੀਟਲ ਪਲੇਟਫਾਰਮ ਤੇ ਗਲਤ ਸੂਚਨਾਵਾਂ, ਫਰਜ਼ੀ ਖਬਰਾਂ, ਨਵੇਂ ਮੀਡੀਆ ਟੂਲਸ ਦੀ ਦੁਰਵਰਤੋਂ ਨੂੰ ਰੋਕਣ ਲਈ ਭਾਰਤ ਵੱਲੋਂ ਕੀਤੇ ਜਾ ਰਹੇ ਯਤਨਾਂ ਤੇ ਰੌਸ਼ਨੀ ਪਾਈ। ਅਪੂਰਵ ਚੰਦਰ ਨੇ ਗੇਮਿੰਗ, OTT ਪਲੇਟਫਾਰਮ ਵਰਗੇ ਖੇਤਰਾਂ ਵਿੱਚ ਵਧ ਰਹੇ ਮੌਕਿਆਂ ਦਾ ਵੀ ਜ਼ਿਕਰ ਕੀਤਾ। ਇਸ ਤੋਂ ਪਹਿਲਾਂ WAM ਵੱਲੋਂ ਆਯੋਜਿਤ ਪਹਿਲੀ ਗਲੋਬਲ ਮੀਡੀਆ ਕਾਂਗਰਸ ਦੇ ਉਦਘਾਟਨੀ ਸਮਾਗਮ ਵਿੱਚ ਵੀ ਹਿੱਸਾ ਲਿਆ। ਅੱਜ ਦੁਨੀਆ ਦੀ ਆਬਾਦੀ 8 ਅਰਬ ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਜਨਸੰਖਿਆ ਵਿਭਾਗ ਦੇ ਨਿਦੇਸ਼ਕ ਜੌਨ ਵਿਲਮਟ ਨੇ ਕਿਹਾ ਕਿ ਆਬਾਦੀ 8 ਅਰਬ ਤੱਕ ਪਹੁੰਚਣਾ ਮਨੁੱਖੀ ਸਫਲਤਾ ਦਾ ਸੰਕੇਤ ਹੈ, ਪਰ ਇਹ ਸਾਡੀ ਭਵਿੱਖ ਲਈ ਬਹੁਤ ਵੱਡਾ ਖਤਰਾ ਵੀ ਹੈ। ਵਰਲਡ ਪਾਪੂਲੇਸ਼ਨ ਪ੍ਰੋਸਪੈਕਟ ਰਿਪੋਰਟ 2022 ਮੁਤਾਬਿਕ ਭਾਰਤ ਦੇ ਸਾਲ 2023 ਦੌਰਾਨ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣਨ ਦੀ ਸੰਭਾਵਨਾ ਹੈ। ਸਾਲਾਨਾ ਵਰਲਡ ਪਾਪੂਲੇਸ਼ਨ ਪ੍ਰੋਸਪੈਕਟ ਰਿਪੋਰਟ ਕੱਲ੍ਹ ਜਾਰੀ ਕੀਤੀ ਗਈ। ਰਿਪੋਰਟ ਵਿੱਚ ਕਿਹਾ ਗਿਆ ਕਿ ਵਿਸ਼ਵ ਦੀ ਆਬਾਦੀ 1950 ਤੋਂ ਬਾਅਦ ਸਭ ਤੋਂ ਘੱਟ ਦਰ ਨਾਲ ਵਧ ਰਹੀ ਹੈ। ਸਾਲ 2020 ਚ ਦੁਨੀਆ ਦੀ ਆਬਾਦੀ ਦੀ ਵਿਕਾਸ ਦਰ 1% ਤੋਂ ਵੀ ਘੱਟ ਸੀ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਮਨੁੱਖ ਦੀ ਉਮਰ ਲੰਮੀ ਹੋਣ ਅਤੇ ਏਸ਼ੀਆ ਤੇ ਉਪ ਸਹਾਰਾ ਅਫਰੀਕਾ ਦੇ ਕੁਝ ਦੇਸ਼ਾਂ 'ਚ ਤੇਜ਼ੀ ਨਾਲ ਵਾਧੇ ਦੇ ਕਾਰਨ ਆਬਾਦੀ ਵਧੀ ਹੈ। ਸੰਯੁਕਤ ਰਾਸ਼ਟਰ ਦੇ ਤਾਜ਼ਾ ਅਨੁਮਾਨਾਂ ਅਨੁਸਾਰ ਸਾਲ 2030 ਚ ਦੁਨੀਆ ਦੀ ਆਬਾਦੀ 8 ਅਰਬ 50 ਕਰੋੜ, 2050 ਵਿੱਚ 9 ਅਰਬ 70 ਕਰੋੜ ਤੇ ਸਾਲ 2100 ਵਿੱਚ 10 ਅਰਬ 40 ਕਰੋੜ ਹੋ ਜਾਵੇਗੀ। ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਸੈਕਟਰ ਵਿੱਚ BSF ਜਵਾਨਾਂ ਵੱਲੋਂ ਸਰਹੱਦੀ ਚੌਂਕੀ ਨੇੜੇ NTP ਖੇਤਰ ਵਿੱਚ ਪਾਕਿਸਤਾਨੀ ਡਰੋਨ ਦੀ ਹਰਕਤ ਦੇਖੀ ਗਈ, ਜਿਸ ਤੇ ਤੁਰੰਤ ਕਾਰਵਾਈ ਕਰਦਿਆਂ BSF ਦੇ ਜਵਾਨਾਂ ਵੱਲੋਂ ਫਾਇਰ ਕੀਤੇ ਗਏ। ਜਵਾਨਾਂ ਦੀ ਮੁਸਤੈਦੀ ਕਾਰਨ ਪਾਕਿਸਤਾਨੀ ਡਰੋਨ ਵਾਪਸ ਸਰਹੱਦ ਵੱਲ ਨੂੰ ਚਲਾ ਗਿਆ। ਘਟਨਾ ਤੋਂ ਬਾਅਦ ਪੁਲਿਸ ਅਤੇ BSF ਦੇ ਜਵਾਨਾਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਲਈ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ DSP ਆਪਰੇਸ਼ਨ ਸੁਖਰਾਜ ਸਿੰਘ ਨੇ ਦੱਸਿਆ ਕਿ BSF ਵੱਲੋਂ ਪਾਕਿਸਤਾਨੀ ਡਰੋਨ ਦੀ ਘੁਸਪੈਠ ਨੂੰ ਦੇਖਦਿਆਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਫਿਲਹਾਲ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਇਲਾਕੇ ਵਿੱਚ ਘੁਸਪੈਠ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ।
ਜਿਹੜਾ ਉਹ ਇੱਕ ਡਰੋਨ ਦੇਖਿਆ ਗਿਆ 7:11 ਤੇ ਉੱਥੇ ਜਿਹੜੇ ਸੰਤਰੀ ਸੀ ਉਹ ਬਿਲਕੁਲ ਚੁਕੰਨੇ ਸੀ। ਉਹਨਾਂ ਨੇ ਉੱਤੇ ਫਾਇਰ ਕੀਤਾ ਤੇ ਤਕਰੀਬਨ 10 ਰਾਉਂਡ ਉਹਨਾਂ ਨੇ ਫਾਇਰ ਕੀਤੇ ਤੇ 3 ਇਲੂਮੀਨੇਟਿੰਗ ਰਾਉਂਡ 51 mm ਮੋਟਾਰ ਦੇ ਵੀ ਫਾਇਰ ਹੋਏ ਤੇ ਉਹ ਡਰੋਨ ਉੱਥੋਂ ਹੀ ਵਾਪਸ ਪਰਤ ਗਿਆ ਤੇ ਤਾਰ ਉਹਨੇ ਕ੍ਰੋਸ ਨਹੀਂ ਕੀਤੀ। ਇਹਤਿਆਤ ਦੇ ਤੌਰ ਤੇ ਆਪਾਂ ਤਾਂ ਵੀ ਜੁਆਇੰਟ ਸਰਚ ਉੱਥੇ ਬਾਅਦ 'ਚ ਉਹਦੇ ਕੀਤੀ ਹੈ। आज़ादी का अमृत महोत्सव तहत 75 साल आज़ादी दिहाड़ी ते देशव्यापी जश्नां मौके ब्रह्म कुमारी सुख शांति निवास वालों मोहाली विखे ट्रैफिक जागरूकता प्रोग्राम ਅਤੇ मोटरसाइकिल रैली का आयोजन किया गया। रैली ਨੂੰ मोहाली के सहायक कमिश्नर तरसेम लाल, SP ट्रैफिक जगजीत सिंह, ब्रह्म कुमारी प्रेमलता कविता ਤੇ ਹੋਰਨਾਂ ਨੇ शांति निवास ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ट्रैफिक ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿੱਚ ब्रह्म कुमारी अदिति ने सुरੱਖਿਅਤ ਡਰਾਈਵਿੰਗ ਅਤੇ ट्रैफिक ਨਿਯਮਾਂ ਦੀ ਪਾਲਣਾ ਕਰਨ ਬਾਰੇ ਸਹੁੰ ਚੁਕਾਈ। इस मौके ते बुलारियां वालों घर जा सड़क ते अनुशासन रखण दा एक साझा संदेश दिता गया ते नाल ही उन्होंने अपनी अते दूजियां दी जान बचाउण लई ट्रैफिक नियमां दी पालना करन दी अपनी समाजिक जिम्मेवारी नूं निभाउण लई कहा। आज़ादी का अमृत महोत्सव तहत जिला सिक्ख्या अफसर अमृतसर वालों अज राजा राम मोहन राय के 250वें जन्मदिन नूं समर्पित महिला सशक्तिकरण जागरूकता रैली का आयोजन किया गया। मुख मेहमान विधानकार कुंवर विजय प्रताप सिंह ने जागरूकता रैली नूं झंडी दिखा के रवाना किया और समागम की शुरुआत में राजा राम मोहन राय की फोटो ते श्रद्धांजलि भेंट की। उन्होंने राजा राम मोहन राय की जीवनी बारे गल करदिआं विद्यार्थियों नूं मेहनत करन, मिआरी सिक्ख्या हासिल करन अते देश की सेवा करन लई प्रेरिਆ। रैली विच जिले के 4 सरकारी स्कूलों के विद्यार्थियों ने शिरकत की। विद्यार्थियों वालों हत्थां नाल बनाए पोस्टरां अते बैनरां नाल राजा राम मोहन राय वालों कीते सुधारवादी कामां जिवें कि सती प्रथा का खात्मा, महिला सशक्तिकरण, औरतां विरुद्ध अत्याचार, रूढ़ीवादी रीति रिवाजां दा विरोध अते कई होर समाजिक बुराइयां बारे प्रचार करदिआं लोकां नूं जागरूक कीता। जल सप्लाई ਅਤੇ सैनीटेशन कॉन्ट्रैक्ट वर्कर्स यूनियन पंजाब सने समूह सरकारी विभागां 'ਚ ठेके ते काम कर रहे मुलाजम अपनी मंगां नूं लैके 2 दिनां समूहिक छुट्टी ते चले गए ने ਅਤੇ पंजाब सरकार खिलाफ 15 ਅਤੇ 16 नवंबर ਨੂੰ डिवीजन ਅਤੇ सब डिवीजनां ते धरने दे रहे ने। जल सप्लाई ਅਤੇ सैनीटेशन कॉन्ट्रैक्ट वर्कर्स यूनियन ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪੰਜੋਲੀ ਨੇ ਕਿਹਾ ਕਿ ਸੰਬੰਧਿਤ ਵਿਭਾਗਾਂ ਵਿੱਚ ਮਰਜ ਕਰਕੇ ਪੱਕਾ ਰੋਜ਼ਗਾਰ ਦਿਵਾਉਣ ਲਈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਸੰਘਰਸ਼ ਉਲੀਕਿਆ ਗਿਆ ਹੈ। ਉਧਰ ਵਿਭਾਗ ਦੇ SDO हरबीर सिंह ने दस्सिया कि उन्हां वल्लों लोकां नूं परेशानी तो बचाउण लई हर बदलवें प्रबंध कर दिते गए ने ते इन्हां दीआं मंगां बारे जानकारी उच्च अधिकारियों नूं दे दित्ती गई है। केंद्रीय सूखम, छोटे ते दरमियाने उद्यम मंत्री नारायण राणे ने अज नवीं दिल्ली के प्रगति मैदान विच भारत अंतरराष्ट्रीय व्यापार मेले सूखम, छोटे अते दरमियाने उद्यम के पैविलियन का उद्घाटन किया। पत्रकारां नाल गलबात करदिआं राणे ने कहा कि मेले का आयोजन भारतीय उद्यमां नूं उत्साहित करने लई कीता गया है। उन्होंने कहा कि व्यापार मेले में 750 स्टॉल लगाए गए ने। MSME के 74% स्टॉल महिलावां वालों मुफ्त लगाए गए ने। ओलंपिक तमगा जेतू MC मैरीकॉम, PV सिंधु, मीराबाई चानू और गगन नारंग उन्हां 10 मुख्य खिडारियों में शामिल ने जिन्हां नूं भारतीय ओलंपिक संघ के एथलीट कमिशन का मैंबर चुनिया गया है। इस संस्था के मैंबर के रूप में 5 मर्द और 5 महिला खिडारियों नूं बिना मुकाबले चुनिया गया है। इन्हां तों इलावा होर कई ओलंपिक खिडारी भी इस संस्था लई चुने गए ने। दखन कोरिया च एशियाई एयरगन चैंपीयनशिप निशानेबाजी के 10 मीटर एयर राइफल मिक्सड टीम मुकाबले में अर्जुन बाबूता ते मेहुली घोष ने सोने के तमगे जिते। फाइनल में उन्होंने अपने ही देश के किरण अंकुश जाधव और इलावेनील वलारीवन नूं हराया। एक होर मुकाबले में दिव्यांश सिंह पंवार और रमिता ने सोने के और कार्तिक सबरीराज, रविशंकर और नैंसी ने चांदी के तमगे जिते। खबरों के बुलेटिन सारे दर्शक RNU DDK जलंधर के YouTube चैनल, फेसबुक पेज और ट्विटर हैंडल से भी वेख सकते हैं। इस नाल ही खबरों का बुलेटिन खत्म होया। इजाजत दिओ, नमस्कार।